ਵਿੱਚ ਐਂਟਰੀ ਕਰਨਾ ਚਾਹੁੰਦਾ ਸੀ ਅੰਮ੍ਰਿਤਪਾਲ। ਐਸਜੀਪੀਸੀ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਅੰਮ੍ਰਿਤ ਸੰਚਾਰ ਦੇ ਰਾਹੀਂ ਆਪਣਾ ਵੋਟ ਬੈਂਕ ਅੰਮ੍ਰਿਤਪਾਲ ਤਿਆਰ ਕਰ ਰਿਹਾ ਸੀ। ਬਾਦਲ ਵਿਰੋਧੀ ਖੇਮੇ ਨੂੰ ਆਪਣੇ ਪੱਖ ਦੇ ਵਿੱਚ ਕਰਨ ਦੀ ਪਲੈਨਿੰਗ ਸੀ। ਖਾਲਸਾ ਵਹੀਰ ਦੇ ਜ਼ਰੀਏ ਆਪਣਾ ਰਸਤਾ ਐਸਜੀਪੀਸੀ ਦੇ ਲਈ ਅੰਮ੍ਰਿਤਪਾਲ ਬਣਾ ਰਿਹਾ ਸੀ। ਨਸ਼ਾ ਛੁਡਾਉਣ ਦੇ ਨਾਮ ਤੇ ਨੌਜਵਾਨਾਂ ਨੂੰ ਟੂਲ ਦੀ ਤਰ੍ਹਾਂ ਇਸਤੇਮਾਲ ਕਰ ਰਿਹਾ ਸੀ। ਤਾਂ ਕਈ ਸਾਰੇ ਖੁਲਾਸੇ ਅੰਮ੍ਰਿਤਪਾਲ ਨੂੰ ਲੈ ਕੇ ਹੋ ਰਹੇ ਨੇ। ਹੁਣ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੰਮ੍ਰਿਤਪਾਲ ਐਸਜੀਪੀਸੀ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ ਤੇ ਜੋ ਖਾਲਸਾ ਵਹੀਰ ਉਸਦੇ ਵੱਲੋਂ ਕੱਢੀ ਜਾ ਰਹੀ ਸੀ ਉਸਦੇ ਜ਼ਰੀਏ ਆਪਣਾ ਵੋਟ ਬੈਂਕ ਬਣਾ ਰਿਹਾ ਸੀ। ਨੌਜਵਾਨਾਂ ਨੂੰ ਨਾਲ ਲੈ ਕੇ ਚੱਲ ਰਿਹਾ ਸੀ। ਨਸ਼ਾ ਛੁਡਾਉਣ ਦੇ ਨਾਮ ਤੇ ਆਪਣਾ ਵੋਟ ਬੈਂਕ ਤਿਆਰ ਕਰ ਰਿਹਾ ਸੀ ਅੰਮ੍ਰਿਤਪਾਲ। ਤਾਂ ਐਸਜੀਪੀਸੀ ਦੀ ਚੋਣ ਲੜਨ ਦੀ ਤਿਆਰੀ ਹੋ ਰਹੀ ਸੀ। ਐਸਜੀਪੀਸੀ 'ਚ ਐਂਟਰੀ ਦੀ ਤਿਆਰੀ ਹੋ ਰਹੀ ਸੀ। ਖਾਸ ਕਰਕੇ ਜੋ ਬਾਦਲ ਵਿਰੋਧੀ ਖੇਮਾ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਉਸ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਸੀ। ਅੰਮ੍ਰਿਤ ਸੰਚਾਰ ਦੇ ਰਾਹੀਂ ਵੋਟ ਬੈਂਕ ਤਿਆਰ ਕੀਤਾ ਜਾ ਰਿਹਾ ਸੀ। ਖਾਲਸਾ ਵਹੀਰ ਦੇ ਜ਼ਰੀਏ ਆਪਣਾ ਰਾਹ ਬਣਾ ਰਿਹਾ ਸੀ। ਕਈ ਸਾਰੇ ਖੁਲਾਸੇ ਅੰਮ੍ਰਿਤਪਾਲ ਨੂੰ ਲੈ ਕੇ ਹੋ ਰਹੇ ਨੇ। ਐਸਜੀਪੀਸੀ ਦੀ ਚੋਣ ਲੜਨ ਦੀ ਤਿਆਰੀ ਉਸਦੇ ਵੱਲੋਂ ਕੀਤੀ ਜਾ ਰਹੀ ਸੀ। मनोज राठी मेरे सहयोगी जुड़े ने। मनोज, की कुछ इस मामले ते खुलासे होए ने? देखो अर्शदीप, ਇਹਦੇ ਵਿੱਚ ਵੀ ਹੁਣ ਜਿਹੜੇ ਉਹਦੇ ਕਰੀਬੀ ਹੈ ਜਿਹੜੇ ਫੜੇ ਗਏ ਨੇ ਉਹਨਾਂ ਦੀ ਪੁੱਛਗਿੱਛ 'ਚ ਕਈ ਚੀਜ਼ਾਂ ਹੁਣ ਸਾਹਮਣੇ ਆ ਰਹੀ ਹੈ। ਪੁੱਛਗਿੱਛ 'ਚ ਇਹ ਵੀ ਚੀਜ਼ਾਂ ਸਾਹਮਣੇ ਆਈ ਹੈ ਕਿ ਜਿਹੜਾ ਉਹਨੇ ਖਾਲਸਾ ਵਹੀਰ ਦਾ ਜਿਹੜਾ ਕਾਰਜਕ੍ਰਮ ਰੱਖਿਆ ਸੀਗਾ, ਹਾਲਾਂਕਿ ਉਸ ਤੋਂ ਪਹਿਲਾਂ ਪੁਲਿਸ ਦਾ ਐਕਸ਼ਨ ਜ਼ਰੂਰ ਵੇਖਣ ਨੂੰ ਮਿਲਿਆ, ਉਹ ਪ੍ਰੋਗਰਾਮ ਨਹੀਂ ਹੋ ਪਾਇਆ, ਲੇਕਿਨ ਉਸ ਪ੍ਰੋਗਰਾਮ 'ਚ ਉਹਨੇ ਕਾਫੀ ਕੱਟ ਕਰਨ ਦੀ ਗੱਲ ਕੀਤੀ ਸੀ ਨਸ਼ੇ ਦੀ ਆੜ 'ਚ ਕਿ ਨਸ਼ਾ ਛੁਡਾਓ ਨੌਜਵਾਨਾਂ ਨੂੰ ਜਿਹੜਾ ਹੈਗਾ ਉਹ ਸੀਖ ਦੇਣ ਦੀ ਜਿਹੜੀ ਗੱਲ ਬਾਰ-ਬਾਰ ਸਾਹਮਣੇ ਆ ਰਹੀ ਸੀ। ਲੇਕਿਨ ਇੱਕ ਬਹੁਤ ਵੱਡਾ ਕੱਟ ਕਰਨ ਦੀ ਜਿਹੜੀ ਤਿਆਰੀ ਹੈ ਉਹ ਜਿਹੜੀ ਹੈਗੀ ਉਹ ਕੀਤੀ ਗਈ ਸੀ। ਉਹਦੇ ਪਹਿਲਾਂ ਉਹਨੇ ਮੀਟਿੰਗ ਵੀ ਕੀਤੀ ਹੈ ਕਿ ਖਾਲਸਾ ਵਹੀਰ ਨੂੰ ਅਸੀਂ ਕਿਸ ਤਰ੍ਹਾਂ ਸਫਲ ਬਣਾਉਣਾ ਹੈ, ਕਿਸ ਤਰ੍ਹਾਂ ਹੋਰ ਕੱਟ ਜਿਹੜਾ ਹੈਗਾ ਉਹਦੇ 'ਚ ਕਰਨਾ। ਹੁਣ ਇਹ ਵੀ ਉਹਦੇ ਕਰੀਬੀ ਜਿਹੜੇ ਇਨਵੈਸਟੀਗੇਸ਼ਨ ਸਾਹਮਣੇ ਆ ਰਹੇ, ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਐਸਜੀਪੀਸੀ ਦੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਉਹਦੀ ਪਲੈਨਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਤੇ ਇਹਦੇ ਬਾਰੇ ਉਹਨੇ ਆਪਣੇ ਕਰੀਬੀਆਂ ਨਾਲ ਗੱਲ ਵੀ ਕੀਤੀ ਸੀਗੀ ਕਿ ਕਿਸ ਤਰ੍ਹਾਂ ਅਸੀਂ ਪਲੈਨਿੰਗ ਕਰਨੀ ਹੈ, ਕਿਸ ਤਰ੍ਹਾਂ ਲੋਕਾਂ ਨੂੰ ਅਸੀਂ ਆਪਣੇ ਨਾਲ ਜੋੜਨਾ ਹੈ, ਕਿਸ ਤਰ੍ਹਾਂ ਲੋਕਾਂ ਦਾ ਜਿਹੜਾ ਹੈਗਾ ਇਕੱਠ ਹੈ ਉਹ ਅਸੀਂ ਜੋੜਨਾ ਹੈ, ਲੋਕਾਂ ਦੇ ਇਮੋਸ਼ਨਲ ਨਾਲ ਕਿਸ ਤਰ੍ਹਾਂ ਅਸੀਂ ਕਰਨਾ ਹੈ ਕਿ ਨਸ਼ੇ ਅਸੀਂ ਛੁਡਾਣੇ ਹੈ ਪੰਜਾਬ ਤੋਂ। ਕਿਉਂਕਿ ਇਹ ਅੰਮ੍ਰਿਤਪਾਲ ਜਾਣਦਾ ਸੀ ਕਿ ਨਸ਼ਾ ਨੂੰ ਲੈ ਕੇ ਪੰਜਾਬ 'ਚ ਕਿਤੇ ਨਾ ਕਿਤੇ ਇਹ ਜ਼ਰੂਰ ਮਾਹੌਲ ਬਣਿਆ ਹੋਇਆ ਹੈ ਕਿ ਨਸ਼ਾ ਜਿਹੜਾ ਹੈ ਉਹ ਛੁਡਾਉਣਾ ਬਹੁਤ ਜ਼ਰੂਰੀ ਹੈ। ਨਸ਼ੇ ਨੂੰ ਲੈ ਕੇ ਕਈ ਜਿਹੜੇ ਹੈਗੇ ਇਸ਼ੂ ਬਣਦੇ, ਇਸ ਕਰਕੇ ਨਸ਼ੇ ਨੂੰ ਲੈ ਕੇ ਵੀ ਉਹ ਲੋਕਾਂ ਨਾਲ ਹੀ ਕੱਟ ਕਰ ਰਿਹਾ ਸੀਗਾ। ਜਿਹੜੇ ਨੌਜਵਾਨ ਹੈ ਉਹਨਾਂ ਨਾਲ ਜਿਹੜਾ ਹੈਗਾ ਉਹ ਲਗਾਤਾਰ ਸੰਪਰਕ ਜੋੜਦਾ ਨਜ਼ਰ ਆ ਰਿਹਾ ਸੀਗਾ ਤੇ ਐਸਜੀਪੀਸੀ ਦੇ ਇਲੈਕਸ਼ਨ ਨੂੰ ਲੈ ਕੇ ਵੀ ਉਹਦੀ ਪਲੈਨਿੰਗ ਸੀ। ਤੁਸੀਂ ਵੇਖਿਆ ਹੋਣਾ ਕਿ ਕਿਸ ਤਰ੍ਹਾਂ ਜਲਦੀ ਵੀ ਆਪਣੇ ਉਹ ਪ੍ਰੋਗਰਾਮ ਕਰਦਾ ਸੀਗਾ। ਖਾਲਸਾ ਵੀਰ ਤੋਂ ਪਹਿਲਾਂ ਵੀ ਜਿਹੜੇ ਉਹਨੇ ਪ੍ਰੋਗਰਾਮ ਕੀਤੇ ਹੈ ਉਹਦੇ ਵਿੱਚ ਖਾਸ ਤੌਰ ਤੇ ਉਹਨੇ ਗੱਲਾਂ ਬਾਤਾਂ ਕੀਤੀ ਹੈ ਕਿਸ ਤਰ੍ਹਾਂ ਨੌਜਵਾਨਾਂ ਨੂੰ ਉੱਥੇ ਜਿਹੜਾ ਹੈਗਾ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਤੇ ਹੁਣ ਉਹਦੀ ਜਿਹੜੀ ਪਲੈਨਿੰਗ ਸੀ, ਇੱਕ ਪਲੈਨਿੰਗ ਨਹੀਂ ਸੀ ਉਹਦੀ ਅਰਸ਼ਦੀਪ, ਉਹਦੀ ਬਹੁਤ ਸਾਰੀ ਪਲੈਨਿੰਗ ਸੀ ਕਿ ਪੰਜਾਬ 'ਚ ਕਿਸ ਤਰ੍ਹਾਂ ਰਾਜ ਕਰਨਾ ਹੈ, ਪੰਜਾਬ 'ਚ ਕਿਸ ਤਰ੍ਹਾਂ ਮਾਹੌਲ ਖਰਾਬ ਕਰਨ ਤੋਂ ਬਾਅਦ ਜਿਹੜੇ ਲੋਕ ਨੇ, ਜਿਹੜੇ ਨੌਜਵਾਨ ਨੇ, ਹੋਰ ਜਿਹੜੇ ਲੋਕਾਂ ਨੂੰ ਉਹਨੂੰ ਕਿਸ ਤਰ੍ਹਾਂ ਇਮੋਸ਼ਨਲੀ ਜਿਹੜਾ ਅਟੈਚ ਕਰਕੇ ਉਹਦੇ ਆਪਣੇ ਨਾਲ ਜੋੜਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਕੰਮ ਕਰਨਾ। ਐਸਜੀਪੀਸੀ ਇਲੈਕਸ਼ਨਸ ਨੂੰ ਲੈ ਕੇ ਵੀ ਉਹਦੀ ਪਲੈਨਿੰਗ ਸੀ। ਇਹ ਖੁਲਾਸਾ ਜਿਹੜੇ ਸੋਰਸਿਸ ਦੇ ਰਹੇ ਕਿ ਉਹਦੇ ਕਰੀਬੀਆਂ ਨੇ ਮੰਨੀ ਹੈ ਗੱਲ ਕਿ ਕਿਸ ਤਰ੍ਹਾਂ ਜਿਹੜਾ ਇਹ ਸਾਰਾ ਮਾਹੌਲ ਜਿਹੜਾ ਇੱਕ ਕਰਕੇ ਮਾਹੌਲ ਜਿਹੜਾ ਬਣਾ ਕੇ ਔਰ ਇੱਕ ਵੱਡਾ ਪ੍ਰੋਗਰਾਮ ਕਰਨ ਦੀ ਤਿਆਰੀ ਹੈ। ਇਸ ਤੋਂ ਬਾਅਦ ਖਾਲਸਾ ਵਹੀਰ ਤੋਂ ਬਾਅਦ ਵੀ ਹੋਰ ਵੀ ਕਈ ਪ੍ਰੋਗਰਾਮ ਜਿਹੜੇ ਹੈਗੇ ਵੱਡੇ ਲੈਵਲ ਦੇ ਪ੍ਰੋਗਰਾਮ ਜਿਹੜੇ ਹੈ ਉਹ ਉਹਨੇ ਕਰਨੇ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਇਕੱਠ ਹੋਵੇ, ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਉਹ ਲੋਕੀ ਇਹਦੇ ਵਿੱਚ ਜੁੜਨ। ਕਿਉਂਕਿ ਅਜਨਾਲਾ ਕਾਂਡ ਤੋਂ ਬਾਅਦ ਜਿਹੜਾ ਉੱਥੇ ਇਕੱਠ ਦੇਖਣ ਨੂੰ ਮਿਲਿਆ ਜਾਂ ਕਿਸ ਤਰ੍ਹਾਂ ਲੋਕਾਂ ਨੂੰ ਬਹਿਕਾ ਕੇ ਉਹਨੇ ਆਪਣੀ ਸਾਈਡ ਜੋੜਿਆ ਕਿ ਕਿਸ ਤਰ੍ਹਾਂ ਸਾਡੇ ਨਾਲ ਧੱਕਾ ਹੋ ਰਿਹਾ ਹੈ, ਸਾਡੇ ਨਾਲ ਧੱਕਾ ਹੋ ਰਿਹਾ ਹੈ ਔਰ ਪੁਲਿਸ ਸਟੇਸ਼ਨ ਨੂੰ ਕੈਪਚਰ ਕੀਤਾ। ਕਈ ਉੱਥੇ ਪੁਲਿਸ ਵਾਲੇ ਵੀ ਇੰਜਰਡ ਹੋਏ। ਕਿਸ ਤਰ੍ਹਾਂ ਉੱਥੇ ਮਾਹੌਲ ਜਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਕਿਤੇ ਨਾ ਕਿਤੇ ਏਜੰਸੀਆਂ ਦੀ ਇਨਪੁਟ ਪਹਿਲਾਂ ਵੀ ਲਗਾਤਾਰ ਸੀਗੀ, ਏਜੰਸੀਆਂ ਦੀ ਇਨਪੁਟ ਅਜਨਾਲਾ ਕਾਂਡ ਤੋਂ ਬਾਅਦ ਵੀ ਲਗਾਤਾਰ ਮਿਲ ਰਹੀ ਸੀ ਕਿ ਵੱਡਾ ਇਕੱਠ ਜਿਹੜਾ ਹੈਗਾ ਉਹ ਕਰਨ ਦੀ ਜਿਹੜੀ ਤਿਆਰੀ ਹੈ ਉਹ ਲਗਾਤਾਰ ਕਰ ਰਿਹਾ ਸੀਗਾ ਅੰਮ੍ਰਿਤਪਾਲ। ਤੇ ਅੰਮ੍ਰਿਤਪਾਲ ਦੇ ਜਿਹੜੇ ਕਰੀਬੀ ਹੈ ਜਿਹੜੇ ਪੁੱਛਗਿੱਛ ਸਾਹਮਣੇ ਆ ਰਹੀ ਚੀਜ਼ਾਂ ਕਿ ਇੱਕ ਵੱਡਾ ਕੱਟ ਕਰਨ ਦੀ ਜਿਹੜੀ ਤਿਆਰੀ ਹੈ ਤੇ ਐਸਜੀਪੀਸੀ ਦੇ ਇਲੈਕਸ਼ਨਸ ਨੂੰ ਲੈ ਕੇ ਵੀ ਇੱਕ ਵੱਡੀ ਪਲੈਨਿੰਗ ਜਿਹੜੀ ਹੈ ਯਾਨੀ ਕਿ ਰਾਜ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕਈ ਸਾਰੇ ਖੁਲਾਸੇ ਹੋ ਰਹੇ ਨੇ, ਕਈ ਸਾਰੇ ਖੁਲਾਸੇ ਹੋ ਰਹੇ ਨੇ। ਮਨੋਜ, ਤੁਸੀਂ ਜੁੜੇ ਰਹਿਣਾ। ਐਸਜੀਪੀਸੀ 'ਚ ਸਨਮਾਰੀ ਦੀ ਕੋਸ਼ਿਸ਼ ਹੋ ਰਹੀ ਸੀ। ਐਸਜੀਪੀਸੀ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ ਅੰਮ੍ਰਿਤਪਾਲ। ਖਾਲਸਾ ਵਹੀਰ ਦੇ ਜ਼ਰੀਏ, ਅੰਮ੍ਰਿਤ ਸੰਚਾਰ ਦੇ ਜ਼ਰੀਏ ਆਪਣਾ ਵੋਟ ਬੈਂਕ ਤਿਆਰ ਕਰ ਰਿਹਾ ਸੀ। ਤਾਂ ਐਸਜੀਪੀਸੀ ਦੀ ਵੀ ਤਿਆਰੀ ਸੀ। ਕਈ ਸਾਰੇ ਖੁਲਾਸੇ ਹੋ ਰਹੇ ਨੇ। ਇੱਕ ਹੋਰ ਤਸਵੀਰ ਕੁਝ ਹੀ ਪਲਾਂ ਦੇ ਵਿੱਚ ਵਿਖਾਵਾਂਗੇ। ਸੀਸੀਟੀਵੀ ਤਸਵੀਰਾਂ ਐਕਸਕਲੂਸਿਵ ਅਸੀਂ ਦਿਖਾ ਰਹੇ ਹਾਂ ਨਿਊਜ਼ 18 ਪੰਜਾਬ ਦੇ ਉੱਤੇ ਤੇ ਹੁਣ ਐਕਸਕਲੂਸਿਵ ਤਸਵੀਰ ਇੱਕ ਹੋਰ ਦਿਖਾਉਂਦੇ ਆ। ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਲੁਧਿਆਣਾ ਤੋਂ ਬੱਸ ਦੇ ਵਿੱਚ ਬੈਠ ਕੇ ਅੰਮ੍ਰਿਤਪਾਲ ਫਰਾਰ ਹੋਇਆ ਸੀ। ਸ਼ੇਰਪੁਰ ਚੌਕ ਤੋਂ ਬੱਸ ਫੜੀ ਸੀ ਤੇ ਲੁਧਿਆਣਾ ਤੋਂ ਫਰਾਰ ਹੋ ਕੇ ਅੰਮ੍ਰਿਤਪਾਲ ਹਰਿਆਣਾ ਪਹੁੰਚਿਆ ਸੀ। ਸ਼ਾਹਬਾਦ ਦੇ ਵਿੱਚ ਬਲਜੀਤ ਕੌਰ ਦੇ ਘਰ ਪਨਾਹ ਲਈ ਸੀ ਜੋ ਗ੍ਰਿਫਤਾਰ ਹੋ ਚੁੱਕੀ ਹੈ। ਕਈ ਸਾਰੇ ਖੁਲਾਸੇ ਉਸ ਤੋਂ ਪੁੱਛਗਿੱਛ ਦੇ ਵਿੱਚ ਹੋ ਰਹੇ ਨੇ ਤੇ ਇਹ ਜੋ ਸੀਸੀਟੀਵੀ ਤਸਵੀਰ ਹੁਣ ਵਿਖਾਵਾਂਗੇ ਉਹ 18 ਮਾਰਚ ਦੀ ਰਾਤ ਦੀ ਤਸਵੀਰ ਹੈ।
ਲੁਧਿਆਣਾ ਦੀ ਤਸਵੀਰ ਹੈ। ਲੁਧਿਆਣਾ ਦੀ ਇੱਕ ਸੀਸੀਟੀਵੀ ਤਸਵੀਰ ਅਸੀਂ ਪਹਿਲਾਂ ਵੀ ਵਿਖਾਈ ਸੀ। ਸ਼ੇਰਪੁਰ ਚੌਕ ਦੀਆਂ ਐਕਸਕਲੂਸਿਵ ਤਸਵੀਰਾਂ ਨੇ ਜਿੱਥੋਂ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਦੇ ਵੱਲੋਂ ਬੱਸ ਫੜੀ ਗਈ। ਬੱਸ ਫੜ ਕੇ ਹਰਿਆਣਾ ਪਹੁੰਚੇ ਸੀ। ਐਕਸਕਲੂਸਿਵ ਤਸਵੀਰ ਨਿਊਜ਼ 18 ਪੰਜਾਬ ਦੇ ਉੱਤੇ ਵਿਖਾ ਰਹੇ ਹਾਂ। ਅੰਮ੍ਰਿਤਪਾਲ ਤੇ ਉਸਦੇ ਸਾਥੀ ਨਜ਼ਰ ਆ ਰਹੇ ਨੇ ਇਹਨਾਂ ਤਸਵੀਰਾਂ ਦੇ ਵਿੱਚ। ਖੱਬੇ ਪਾਸੇ ਗੁਲਾਬੀ ਪੱਗ ਦੇ ਵਿੱਚ ਅੰਮ੍ਰਿਤਪਾਲ ਹੈ ਜੋ ਉਸ ਦੇ ਵਿੱਚ ਵੱਲੋਂ ਹੁਲੀਆ ਜਲੰਧਰ ਦੇ ਵਿੱਚ ਹੀ ਬਦਲ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਕਦੇ ਬਾਈਕ ਤੇ ਸਵਾਰ ਹੋ ਕੇ ਕਦੇ ਹੋਰ ਬਾਈਕ ਬਦਲ ਕੇ ਲੁਧਿਆਣਾ ਪਹੁੰਚਿਆ। ਲੁਧਿਆਣਾ ਦੇ ਲਾਡੋਵਾਲ ਤੋਂ ਆਟੋ ਬਦਲ ਕੇ ਸ਼ੇਰਪੁਰ ਚੌਕ ਪਹੁੰਚਿਆ। ਉਸ ਦੇ ਨਾਲ ਦੋ ਲੋਕ ਨਜ਼ਰ ਆ ਰਹੇ ਨੇ। ਅੰਮ੍ਰਿਤਪਾਲ ਸ਼ੇਰਪੁਰ ਚੌਕ ਤੋਂ ਬੱਸ ਫੜਦਾ ਹੈ ਤੇ ਬੱਸ ਦੇ ਜ਼ਰੀਏ ਹਰਿਆਣਾ ਫਰਾਰ ਹੋ ਜਾਂਦਾ ਹੈ। ਤਾਂ ਹਰਿਆਣਾ ਦੇ ਵਿੱਚ ਸ਼ਾਹਬਾਦ ਦੀਆਂ ਤਸਵੀਰਾਂ ਉਸ ਤੋਂ ਬਾਅਦ ਸਾਹਮਣੇ ਆਈਆਂ ਸੀ। ਸ਼ਾਹਬਾਦ ਤੋਂ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਘਰ ਦੇ ਵਿੱਚ ਅੰਮ੍ਰਿਤਪਾਲ ਤੇ ਪਪਲਪ੍ਰੀਤ ਰੁਕੇ ਸੀ ਤੇ ਅਗਲੇ ਦਿਨ ਉੱਥੋਂ ਕੁਰੂਕਸ਼ੇਤਰ ਬੱਸ ਅੱਡੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਕੁਰੂਕਸ਼ੇਤਰ ਤੋਂ ਕਿੱਥੇ ਗਿਆ ਅੰਮ੍ਰਿਤਪਾਲ ਉਸ ਦੀ ਤਲਾਸ਼ ਅਜੇ ਵੀ ਹੋ ਰਹੀ ਹੈ। ਵੱਖ-ਵੱਖ ਸੂਬਿਆਂ ਦੀ ਪੁਲਿਸ ਨੂੰ ਵੀ ਅਲਰਟ ਕੀਤਾ ਗਿਆ ਹੈ। ਉੱਤਰਾਖੰਡ ਦੇ ਬਾਰਡਰ ਸੀਲ ਕਰ ਦਿੱਤੇ ਗਏ ਨੇ। ਉੱਤਰਾਖੰਡ ਪੁਲਿਸ ਵੀ ਛਾਪੇਮਾਰੀ ਕਰ ਰਹੀ ਹੈ। ਨੇਪਾਲ ਬਾਰਡਰ ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਸ਼ੇਰਪੁਰ ਚੌਕ ਤੋਂ ਜਿੱਥੋਂ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਨੇ ਬੱਸ ਫੜੀ ਹੈ। ਕੋਈ ਪ੍ਰਾਈਵੇਟ ਬੱਸ ਦੱਸੀ ਜਾ ਰਹੀ ਹੈ। ਦੇਰ ਰਾਤ ਇੱਥੋਂ ਫਰਾਰ ਹੋ ਕੇ ਹਰਿਆਣਾ ਪਹੁੰਚ ਗਏ, ਦੂਸਰੇ ਸੂਬੇ ਦੇ ਵਿੱਚ ਪਹੁੰਚ ਗਏ। ਮੈਪ ਦੇ ਜ਼ਰੀਏ ਵੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼ਾਹਕੋਟ ਦੇ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਸੀ। ਸ਼ਾਹਕੋਟ ਤੋਂ ਪੁਲਿਸ ਨੂੰ ਚਕਮਾ ਦੇ ਕੇ ਅੰਮ੍ਰਿਤਪਾਲ ਫਰਾਰ ਹੁੰਦਾ ਹੈ। ਨੰਗਲ ਅੰਬੀਆਂ ਦੇ ਇੱਕ ਗੁਰੂ ਘਰ ਦੇ ਵਿੱਚ ਪਹੁੰਚਦੇ ਨੇ ਜਿੱਥੋਂ ਬਾਈਕ ਤੇ ਸਵਾਰ ਹੋ ਕੇ ਹੁਲੀਆ ਬਦਲ ਕੇ ਅੰਮ੍ਰਿਤਪਾਲ ਤੇ ਪਪਲਪ੍ਰੀਤ ਉੱਥੋਂ ਨਿਕਲਦੇ ਨੇ। ਉਸ ਤੋਂ ਬਾਅਦ ਅੱਗੇ ਦਾਰਾਪੁਰ ਦੇ ਵਿੱਚੋਂ ਬਾਈਕ ਰਿਕਵਰ ਹੁੰਦੀ ਹੈ। ਦਾਰਾਪੁਰ ਤੋਂ ਅੱਗੇ ਸ਼ੇਖਪੁਰਾ ਦੇ ਵਿੱਚ ਇੱਕ ਹੋਰ ਬਾਈਕ ਤੇ ਕਿਸੇ ਹੋਰ ਸ਼ਖਸ ਦੇ ਨਾਲ ਅੰਮ੍ਰਿਤਪਾਲ ਨਜ਼ਰ ਆਉਂਦਾ ਹੈ ਤੇ ਉਸ ਤੋਂ ਬਾਅਦ ਲੁਧਿਆਣਾ ਦੇ ਲਾਡੋਵਾਲ ਤੋਂ ਸ਼ੇਰਪੁਰ ਚੌਕ ਤੇ ਸ਼ੇਰਪੁਰ ਚੌਕ ਤੋਂ ਬੱਸ ਲੈ ਕੇ ਹਰਿਆਣਾ ਦੇ ਸ਼ਾਹਬਾਦ ਪਹੁੰਚ ਜਾਂਦਾ ਹੈ। ਰੋਹਿਤ ਗੌੜ ਮੇਰੇ ਸਹਿਯੋਗੀ ਜੁੜੇ ਨੇ। ਰੋਹਿਤ, ਕੀ ਕੁਝ ਹੋਰ ਜਾਣਕਾਰੀ ਇਸ ਸੀਸੀਟੀਵੀ ਨੂੰ ਲੈ ਕੇ ਸਾਹਮਣੇ ਆਈ ਹੈ? जी बिल्कुल अर्शी, मैं तुहानूं दस देना चाहना कि हुण सीसीटीवी सामने आने तो बाद पुलिस ऑलरेडी पहले ही इस चीज़ नूं लैके वर्क कर रही थी, काम कर रही थी और इस चीज़ नूं लैके हुण जिथे खबर नशर होने तो बाद न्यूज़ 18 तो बाद उस बाद उस ऑटो वालियां दी पड़ताल की जा रही है जिस ऑटो के जरिए बदल के शेरपुर चौक तक पहुंचा था। इस दे उत्ते हुण जिहड़ी पुलिस है काम कर रही है और उसके नाल उस शख्स नूं भी लभ्या जा रहा है जिस शख्स ने फ्लोर तो अपने मोटरसाइकिल ते बिठा के लाडोवाल तक छड्डिया। क्योंकि लाडोवाल तक इस करके कितना किते ਅਸੀਂ ਕਹਿ ਸਕਦੇ ਹਾਂ ਕਿ ਇਸ ਕਰਕੇ ਛੱਡਿਆ ਕਿਉਂਕਿ ਲਾਡੋਵਾਲ ਤੋਂ ਬਾਅਦ ਜਿਹੜਾ ਵਾ ਉਹ ਅੱਗੇ ਸ਼ਹਿਰੀ ਇਲਾਕਾ ਸ਼ੁਰੂ ਹੋ ਜਾਂਦਾ ਵਾ ਤੇ ਸ਼ਹਿਰੀ ਇਲਾਕੇ ਦੇ ਵਿੱਚ ਜਗ੍ਹਾ ਦੇ ਉੱਤੇ ਸੀਸੀਟੀਵੀ ਹੁੰਦੇ ਆ, ਜਗ੍ਹਾ ਦੇ ਉੱਤੇ ਕੈਮਰੇ ਲੱਗੇ ਹੁੰਦੇ ਆ ਤੇ ਇੱਥੇ ਤੱਕ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਮਾਰਟ ਸਿਟੀ ਹੋਣ ਦੇ ਕਰਕੇ ਇੱਕ ਸਮਾਰਟ ਪ੍ਰੋਜੈਕਟ ਲੱਗਿਆ ਹੈ ਜਿਸ ਦੇ ਵਿੱਚ ਪੂਰੇ ਸ਼ਹਿਰ ਭਰ ਦੇ ਵਿੱਚ ਜਿਹੜੇ ਨੇ ਕੈਮਰੇ ਲੱਗੇ ਹੋਏ ਨੇ ਸਰਕਾਰ ਆਪਣੇ ਪੁਲਿਸ ਡਿਪਾਰਟਮੈਂਟ ਵੱਲੋਂ। ਤਾਂ ਇਸ ਕਰਕੇ ਵੀ ਕਿਤੇ ਨਾ ਕਿਤੇ ਸ਼ਾਇਦ ਉਸ ਚੀਜ਼ ਨੂੰ ਦੇਖਦੇ ਹੋਏ ਉਸ ਸ਼ਖਸ ਨੇ ਉਸ ਨੂੰ ਲਾਡੋਵਾਲ ਟੋਲ ਪਲਾਜ਼ਾ ਪਾਰ ਕਰਾਉਣ ਤੋਂ ਬਾਅਦ ਕਿਤੇ ਨਾ ਕਿਤੇ ਸ਼ਾਇਦ ਲਾਡੋਵਾਲ ਚੌਂਕ ਤੱਕ ਉਸਨੇ ਉਸਨੂੰ ਜਿਹੜਾ ਅੰਮ੍ਰਿਤਪਾਲ ਨੂੰ ਉਸਨੂੰ ਛੱਡ ਦਿੱਤਾ ਤੇ ਛੱਡਣ ਤੋਂ ਬਾਅਦ ਉਹ ਅੱਗੇ ਨਹੀਂ ਵਧਿਆ ਤੇ ਇਸੇ ਕਰਕੇ ਜਿਹੜੀ ਅਗਲੀ ਤਸਵੀਰਾਂ ਜਿਹੜੀ ਤੁਸੀਂ ਅਸੀਂ ਦਿਖਾ ਪਾ ਰਹੇ ਹਾਂ ਸ਼ੇਰਪੁਰ ਚੌਂਕ ਦੀਆਂ ਜਿਸ ਵਿੱਚ ਪ੍ਰਾਈਵੇਟ ਬੱਸ ਦਿਖਾਈ ਜਾ ਰਹੀ ਤਾਂ ਉਸ ਜਗ੍ਹਾ ਤੇ ਉੱਤੇ ਤੁਸੀਂ ਦੇਖ ਪਾਓਗੇ ਕਿ ਉਸ ਤਸਵੀਰਾਂ ਦੇ ਵਿੱਚ ਸਿਰਫ ਅੰਮ੍ਰਿਤਪਾਲ ਤੇ ਉਸ ਦੇ ਨਾਲ ਇੱਕ ਹੋਰ ਸ਼ਖਸ ਨਜ਼ਰ ਆ ਰਿਹਾ ਹੈ ਤੇ ਦੋ ਹੀ ਨਜ਼ਰ ਆ ਰਹੇ ਨੇ ਤੇ ਦੋ ਹੀ ਸ਼ਖਸ ਜਿਹੜੇ ਨੇ ਉਹ ਅੱਗੇ ਹਰਿਆਣਾ ਚ ਐਂਟਰ ਹੋਏ ਨੇ ਤੇ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਜਿਹੜਾ ਤੀਜਾ ਸ਼ਖਸ ਸੀਗਾ ਉਸਨੇ ਫਲੋਰ ਤੋਂ ਲਾਡੋਵਾਲ ਤੱਕ ਦਾ ਜਿਹੜਾ ਸਫ਼ਰ ਹੈਗਾ ਵਾ ਉਹ ਉਸਨੇ ਆਪਣੇ ਮੋਟਰਸਾਈਕਲ ਬਾਈਕ ਦੇ ਉੱਤੇ ਬਿਠਾ ਕੇ ਉਸਨੂੰ ਅੰਮ੍ਰਿਤਪਾਲ ਨੂੰ ਪਾਰ ਕਰਵਾਇਆ ਵਾ ਤਾਂ ਕਿ ਅੰਮ੍ਰਿਤਪਾਲ ਜਿਹੜਾ ਵਾ ਲਾਡੋਵਾਲ ਜਿਹੜਾ ਸਤਲੁਜ ਦਾ ਪੁਲ ਹੈਗਾ ਉਸ ਨੂੰ ਇਸ ਕਰਕੇ ਮੋਟਰਸਾਈਕਲ ਤੇ ਪਾਰ ਕਰਾਇਆ ਗਿਆ ਕਿਉਂਕਿ ਦੇਰ ਰਾਤ ਜਿਹੜੀ ਹੁੰਦੀ ਚੈਕਿੰਗ ਉਹ ਵੀ ਘੱਟ ਹੁੰਦੀ ਹੈ ਤੇ ਲੋਕ ਅਮੂਮਨ ਟ੍ਰਿਪਲਿੰਗ ਕਰਕੇ ਵੀ ਜੇਕਰ ਸਫ਼ਰ ਕਰਦੇ ਨੇ ਤਾਂ ਉਹਨਾਂ ਨੂੰ ਜਲਦੀ ਕਿਤੇ ਰੋਕਿਆ ਨਹੀਂ ਜਾਂਦਾ ਕਿਉਂਕਿ ਪਿੰਡ ਵਾਸੀ ਕਹਿਲਾਉਂਦੇ ਨੇ ਤੇ ਪਿੰਡਾਂ ਦੇ ਵਿੱਚ ਅਮੂਮਨ ਏਦਾਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਇਸ ਕਰਕੇ ਵੀ ਕਿਤੇ ਨਾ ਕਿਤੇ ਸ਼ਾਇਦ ਇੱਕ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਸ਼ਖਸ ਫਲੋਰ ਤੋਂ ਲਾਡੋਵਾਲ ਤੱਕ ਪਹੁੰਚਿਆ ਉਸਨੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਕਿਉਂਕਿ ਉਹ ਭਲੀ ਭਾਂਤੀ ਇਸ ਚੀਜ਼ ਨੂੰ ਜਾਣਦਾ ਹੋਊਗਾ ਕਿ ਇੱਥੋਂ ਨਿਕਲਣਾ ਆਸਾਨ ਹੈਗਾ ਵਾ ਤਾਂ ਇਸ ਚੀਜ਼ ਨੂੰ ਇੱਕ ਤਰੀਕੇ ਵਾਈਜ਼ ਇਸ ਨੂੰ ਪੂਰਾ ਕੀਤਾ ਗਿਆ ਵਾ ਤਾਂ ਉਸ ਤੋਂ ਬਾਅਦ ਜਿੱਦਾਂ ਕਿ ਮੇਰੇ ਸਹਿਯੋਗੀ ਮਨੋਜ ਰਾਠੀ ਨੇ ਦੱਸਿਆ ਕਿ 10 ਚੌਂਕ ਬਿਲਕੁਲ 10 ਚੌਂਕ ਹੀ ਇਸਨੇ ਪਾਰ ਕੀਤੇ ਨੇ ਪਰ ਜਿਹੜੇ 10 ਚੌਂਕ ਪਾਰ ਕੀਤੇ ਨੇ ਉਹ ਹਾਈਵੇ ਦੇ ਜ਼ਰੀਏ ਪਾਰ ਕੀਤੇ ਗਏ ਨੇ। ਹਾਈਵੇ ਦੇ ਜ਼ਰੀਏ ਜਿਹੜੇ ਸਟੋਪੇਜ ਹੈਗੇ ਨੇ ਉਹ 4 ਤੋਂ 5 ਸਟੋਪੇਜ ਹੀ ਆਉਂਦੇ ਨੇ ਤਾਂ ਇਸ ਕਰਕੇ ਅਸੀਂ 4 ਤੋਂ 5 ਦੀ ਗੱਲ ਕਰ ਰਹੇ ਹਾਂ ਕਿ 4 ਤੋਂ 5 ਸਟੋਪੇਜ ਦੇ ਉੱਤੇ ਇਸਨੇ ਆਪਣੇ ਆਟੋ ਬਦਲੇ ਨੇ ਤੇ ਦੂਜੇ ਪਾਸੇ ਜੇ ਅਗਰ ਅਸੀਂ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਸਫ਼ਰ ਹੈਗਾ ਵਾ
ਜਿਹੜਾ ਕਿ ਲਾਡੋਵਾਲ ਤੋਂ ਲੈ ਕੇ ਸ਼ੇਰਪੁਰ ਤੱਕ ਦਾ ਹੈਗਾ ਵਾ ਉਹ 20 ਤੋਂ 25 ਮਿੰਟ ਦਾ ਸਫ਼ਰ ਰਿਹਾ ਵਾ ਵੱਧ ਤੋਂ ਵੱਧ, ਕਿਉਂਕਿ ਜਿਹੜੀਆਂ ਤਸਵੀਰਾਂ ਹੈਗੀਆਂ ਉਸ ਦੇ ਵਿੱਚ ਕਿਉਂਕਿ ਰਾਤ ਦਾ ਸਫ਼ਰ ਸੀਗਾ, ਰਾਤ ਦੇ ਟਾਈਮ ਟ੍ਰੈਫਿਕ ਨਹੀਂ ਹੁੰਦਾ, ਇਸ ਕਰਕੇ ਵੀ ਜਿਹੜੇ ਆਟੋ ਚਾਲਕ ਹੁੰਦੇ ਨੇ ਉਹ ਇੱਕ ਸਪੀਡ ਦੇ ਨਾਲ ਫਟਾਫਟ ਨਿਕਲ ਜਾਂਦੇ ਨੇ, ਤੇ ਇਸ ਕਰਕੇ ਕਿਹਾ ਜਾ ਸਕਦਾ ਵਾ ਕਿ ਅੱਧੇ ਘੰਟੇ ਦਾ ਮੈਕਸਿਮਮ ਤੋਂ ਮੈਕਸਿਮਮ ਅੱਧੇ ਘੰਟਾ ਜਿਹੜਾ ਵਾ ਉਹ ਲੁਧਿਆਣਾ ਸ਼ਹਿਰ ਨੂੰ ਉਸਨੇ ਪਾਰ ਕਰਨ ਨੂੰ ਲਗਾਇਆ ਵਾ, ਤੇ ਉਸ ਦੇ ਵਿੱਚ ਉਹ ਸਿਰਫ 5 ਤੋਂ 10 ਮਿੰਟ ਜਿਹੜਾ ਹੈਗਾ ਵਾ ਉਹ ਸਮਰਾਲਾ ਚੌਂਕ ਦੇ ਵਿੱਚ ਰੁਕਿਆ ਸੀਗਾ, ਜਿਸ ਦੇ ਵਿੱਚ ਉਸਨੇ ਕੁਝ ਖਾਣ ਵਾਸਤੇ ਕਿਹਾ ਜਾ ਰਿਹਾ ਕਿ ਉੱਥੇ ਕੁਝ ਉਹਨੇ ਖਾਧਾ ਵਾ। ਤਾਂ ਇਸ ਕਰਕੇ ਹੁਣ ਪੁਲਿਸ ਸਮਰਾਲਾ ਚੌਂਕ ਦੇ ਆਸ-ਪਾਸ ਦੇ ਜਿਹੜੇ CCTV ਹੈਗੇ ਨੇ ਉਹਨਾਂ ਨੂੰ ਖੰਗਾਲਣ ਤੇ ਲੱਗੀ ਹੋਈ ਹੈ, ਕਿਉਂਕਿ ਸਮਰਾਲਾ ਚੌਂਕ ਦੇ ਵਿੱਚ ਜੇਕਰ ਕਿਤੇ ਰੁਕਿਆ ਵਾ ਤਾਂ ਉਸ ਵੇਲੇ ਕਿਸ ਸ਼ਖਸ ਨੇ ਉਸਨੂੰ ਦੇਖਿਆ ਜਾਂ ਕਿਸ ਜਗ੍ਹਾ ਤੇ ਉਸਨੇ ਬੈਠ ਕੇ ਜਾਂ ਕਿਸ ਜਗ੍ਹਾ ਤੇ ਖੜ ਕੇ ਉਸਨੇ ਕੀ ਖਾਧਾ, ਇਹ ਵੀ ਚੀਜ਼ ਇੱਕ ਆਪਣੇ ਆਪ ਦੇ ਵਿੱਚ ਸਮਝਣ ਵਾਲੀ ਹੈਗੀ ਔਰ ਦੇਖਣ ਵਾਲੀ ਹੈਗੀ ਹੈ। ਤਾਂ ਇਸ ਚੀਜ਼ ਨੂੰ ਲੈ ਕੇ ਵੀ ਪੁਲਿਸ ਪੂਰੇ ਤੌਰ ਉੱਤੇ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਸ਼ੇਰਪੁਰ ਚੌਂਕ ਹੈ, ਸ਼ੇਰਪੁਰ ਚੌਂਕ ਦੇ ਵਿੱਚ ਜਦੋਂ ਪ੍ਰਾਈਵੇਟ ਬੱਸ ਪਕੜਦਾ ਵਾ ਤਾਂ ਉਸ ਵੇਲੇ ਦੀ ਜਿਹੜੀ ਤਸਵੀਰ ਹੈ ਉਹ ਨਿਕਲ ਕੇ ਤਾਂ ਸਾਹਮਣੇ ਆਉਂਦੀ ਹੈ, ਕਿਉਂਕਿ ਸ਼ੇਰਪੁਰ ਚੌਂਕ ਦੇ ਵਿੱਚ ਪੁਲਿਸ ਚੌਂਕੀ ਹੈਗੀ ਹੈ। ਪੁਲਿਸ ਚੌਂਕੀ ਦੇ ਨਾਲ ਜਿਹੜੇ ਸਮਾਰਟ ਕੈਮਰੇ ਹੈਗੇ ਨੇ ਪੂਰੇ ਸ਼ਹਿਰ ਭਰ ਦੇ ਜਿਹੜੇ ਲੱਗੇ ਨੇ, ਉਹ ਕੈਮਰੇ ਇੰਸਟਾਲ ਕੀਤੇ ਹੋਏ ਨੇ, ਤੇ ਉਹਨਾਂ ਤਸਵੀਰਾਂ ਦੇ ਵਿੱਚੋਂ ਹੀ ਕਿਤੇ ਨਾ ਕਿਤੇ ਇਹ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਪਾਲ ਇੱਕ ਆਪਣੇ ਸਾਥੀ ਦੇ ਨਾਲ ਇੱਕ ਪ੍ਰਾਈਵੇਟ ਬੱਸ ਵਿੱਚ ਬੈਠਦਾ ਵਾ ਤੇ ਅੱਗੇ ਨਿਕਲ ਜਾਂਦਾ ਵਾ, ਤੇ ਉਸ ਤੋਂ ਬਾਅਦ ਹਰਿਆਣੇ 'ਚ ਐਂਟਰ ਹੋ ਜਾਂਦਾ, ਕਿਉਂਕਿ ਲੁਧਿਆਣਾ ਦੇ ਹਾਈਵੇ ਦੇ ਉੱਤੋਂ ਜਦੋਂ ਇੱਕ ਬੱਸ ਹਾਈਵੇ ਤੇ ਚੜ੍ਹਦੀ ਹੈ ਤਾਂ ਉਹ ਸਿੱਧਾ ਹੀ ਕਿਤੇ ਕਹਿ ਸਕਦੇ ਹਾਂ ਕਿ ਸਿੱਧਾ ਹੀ ਆਪਣਾ ਸ਼ੰਭੂ ਬਾਰਡਰ ਜਿਹੜਾ ਹੈਗਾ ਵਾ ਉਸ ਤੱਕ ਨਿਕਲ ਜਾਂਦੀ ਹੈ ਸਿੱਧਾ, ਕਿਉਂਕਿ ਉਹਦੇ ਜਿਹੜੇ ਸਟਾਪੇਜ ਹੁੰਦੇ ਨੇ ਉਸ ਤੋਂ ਬਾਅਦ ਬੇਸ਼ੱਕ ਪ੍ਰਾਈਵੇਟ ਬੱਸ ਦੇ ਸਟਾਪੇਜ ਆਪਾਂ ਕਹਿ ਸਕਦੇ ਹੋ ਸਕਦੇ ਨੇ, ਕਿਉਂਕਿ ਉਸ ਦੇ ਬਾਅਦ ਇਹ ਸ਼ੇਰਪੁਰ ਨਿਕਲਣ ਤੋਂ ਬਾਅਦ ਜਿਹੜੀ ਆ ਬੱਸ ਹੈ ਇਹ ਖੰਨੇ ਵੀ ਰੁਕੀ ਹੋਊਗੀ, ਕਿਉਂਕਿ ਖੰਨੇ ਤੋਂ ਵੀ ਉਸਨੇ ਸਵਾਰੀਆਂ ਪਿਕ ਕੀਤੀਆਂ ਹੋਣੀਆਂ, ਉਸ ਤੋਂ ਬਾਅਦ ਗੋਬਿੰਦਗੜ੍ਹ ਕੀਤਾ ਹੋਊਗਾ, ਉਸ ਤੋਂ ਬਾਅਦ ਸਰਹੰਦ ਕੀਤਾ ਹੋਊਗਾ, ਉਸ ਤੋਂ ਬਾਅਦ ਜਿਹੜਾ ਹੈਗਾ ਵਾ ਅੱਗੇ ਸ਼ੰਭੂ ਬਾਰਡਰ ਦਾ ਏਰੀਆ ਉੱਥੇ ਤੱਕ ਪਹੁੰਚੀ ਹੋਊਗੀ। ਤਾਂ ਇਹ ਕਈ ਸਟਾਪੇਜ ਬੱਸ ਨੇ ਵੀ ਲਿੱਤੇ ਹੋਣੇ ਆ, ਤੇ ਇਸ ਚੀਜ਼ ਦਾ ਸਮਝਣ ਵਾਲਾ ਹੋਊਗਾ ਕਿ ਕੀ ਇਹਨਾਂ ਸਟਾਪੇਜ ਦਾ ਉੱਤੇ ਕੀ ਅੰਮ੍ਰਿਤਪਾਲ ਉਤਰਿਆ ਸੀ ਜਾਂ ਨਹੀਂ ਉਤਰਿਆ ਸੀ। ਪਰ ਹਾਂ ਇਹ ਚੀਜ਼ ਜ਼ਰੂਰ ਕਹੀ ਜਾ ਸਕਦੀ ਹੈ ਕਿ ਹਰਿਆਣਾ ਦੇ ਵਿੱਚ ਪਹੁੰਚਣ ਤੋਂ ਬਾਅਦ ਉੱਤਰਾਖੰਡ ਜਾਣਾ ਕਿਤੇ ਨਾ ਕਿਤੇ ਆਸਾਨ ਹੁੰਦਾ ਹੈ, ਕਿਉਂਕਿ ਉੱਤੇ ਹਰਿਆਣਾ ਤੋਂ ਹੀ ਰਸਤੇ ਜਿਹੜੇ ਨੇ ਉਹ ਹਰਿਦੁਆਰ ਨੂੰ ਮੁੜਦੇ ਨੇ ਔਰ ਉੱਤਰਾਖੰਡ ਨੂੰ ਜੁੜਦੇ ਨੇ। ਤਾਂ ਇਸ ਕਰਕੇ ਵੀ ਅਸੀਂ ਕਿਹਾ ਜਾ ਸਕਦਾ ਹੈ ਕਿ ਹਰਿਆਣਾ ਤੋਂ ਅੰਮ੍ਰਿਤਪਾਲ ਉੱਤਰਾਖੰਡ ਦੇ ਵਿੱਚ ਜਿਹੜੀਆਂ ਨਿਕਲ ਕੇ ਤਸਵੀਰਾਂ ਨਿਕਲ ਕੇ ਸਾਹਮਣੇ ਆਈ ਸੀ, ਤਾਂ ਇਹ ਤਸਵੀਰਾਂ ਇਸੇ ਕਰਕੇ ਨਿਕਲ ਕੇ ਸਾਹਮਣੇ ਆਈ ਸੀ ਕਿਉਂਕਿ ਹਰਿਆਣਾ ਤੋਂ ਉੱਤਰਾਖੰਡ ਜਾਣਾ ਕਿਤੇ ਨਾ ਕਿਤੇ ਆਸਾਨ ਸੀਗਾ। ਤਾਂ ਇसी ਚੀਜ਼ ਨੂੰ ਦੇਖਦੇ ਹੋਏ ਜਿਹੜਾ ਵਾ ਅੰਮ੍ਰਿਤਪਾਲ ਉਹ ਲੁਧਿਆਣਾ ਪਹਿਲਾਂ ਪਹੁੰਚਦਾ ਵਾ, ਲੁਧਿਆਣਾ ਦੇ ਲਾਡੋਵਾਲ ਨੂੰ ਕ੍ਰੋਸ ਕਰਦਾ ਵਾ, ਲਾਡੋਵਾਲ ਤੋਂ ਆਟੋ ਪਕੜਦਾ ਵਾ, ਆਟੋ ਪਕੜਨ ਤੋਂ ਬਾਅਦ ਸ਼ੇਰਪੁਰ ਚੌਂਕ ਪਹੁੰਚਦਾ ਵਾ, ਸ਼ੇਰਪੁਰ ਚੌਂਕ ਤੋਂ ਬੱਸ ਪਕੜਦਾ ਵਾ, ਬੱਸ ਪਕੜ ਕੇ ਕਈ ਸਟਾਪੇਜਾਂ ਨੂੰ ਪਾਰ ਕਰਦੇ ਹੋਏ ਪੰਜਾਬ ਦੇ ਕਈ ਸ਼ਹਿਰਾਂ ਨੂੰ ਪਾਰ ਕਰਦੇ ਹੋਏ ਹਰਿਆਣੇ 'ਚ ਐਂਟਰ ਹੋ ਜਾਂਦਾ ਵਾ। ਤਾਂ ਸਭ ਤੋਂ ਜ਼ਿਆਦਾ ਅਹਿਮ ਜਿਹੜੀ ਚੀਜ਼ ਹੈਗੀ ਹੈ ਉਹ ਸ਼ੰਭੂ ਬਾਰਡਰ ਅਸੀਂ ਕਹਿ ਰਹੇ ਹਾਂ। ਸ਼ੰਭੂ ਬਾਰਡਰ ਇਸ ਕਰਕੇ ਕਹਿ ਰਹੇ ਕਿਉਂਕਿ ਸ਼ੰਭੂ ਬਾਰਡਰ ਦੇ ਉੱਤੇ 24 ਘੰਟੇ ਜਿਹੜੀ ਹੈ ਨਿਗਰਾਨੀ ਰੱਖੀ ਜਾਂਦੀ ਹੈ, 24 ਘੰਟੇ ਦਾ ਜਿਹੜਾ ਨਾਕਾ ਦਾ ਉਹ ਚੱਲਦਾ ਹੁੰਦਾ ਵਾ, 24 ਘੰਟੇ ਉੱਤੇ ਜਿਹੜੀ ਹੈ ਚੈਕਿੰਗ ਕੀਤੀ ਜਾਂਦੀ ਹੈ। ਤੇ ਜੇ ਅਗਰ ਸ਼ੰਭੂ ਬਾਰਡਰ ਦੇ ਉੱਤੇ ਚੈਕਿੰਗ ਨਹੀਂ ਹੋਈ ਜਾਂ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਬੱਸ ਦੀ ਨਹੀਂ ਰੋਕਿਆ ਗਿਆ ਜਾਂ ਸ਼ੰਭੂ ਬਾਰਡਰ ਦੇ ਉੱਤੇ ਉਸ ਨੂੰ ਬੱਸ ਨੂੰ ਕਿਉਂ ਨਹੀਂ ਚੈੱਕ ਕੀਤਾ ਗਿਆ, ਇਹ ਇੱਕ ਵੱਡਾ ਸਵਾਲ ਕਿਤੇ ਨਾ ਕਿਤੇ ਸ਼ੰਭੂ ਬਾਰਡਰ ਦੇ ਉੱਤੇ ਆ ਕੇ ਖੜਦਾ ਵਾ। ਤਾਂ ਇਸ ਕਰਕੇ ਅਸੀਂ ਸ਼ੰਭੂ ਬਾਰਡਰ ਦਾ ਨਾਮ ਤਾਂ ਲੈ ਰਹੇ ਹਾਂ। ਜੇ ਅਗਰ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਤੇ ਲੁਧਿਆਣਾ ਸ਼ਹਿਰ 'ਚ ਵੀ ਨਾਕੇ ਲੱਗੇ ਹੋਏ ਸੀਗੇ, ਪਰ ਦੇਰ ਰਾਤ ਹੋਣ ਦੀ ਵਜ੍ਹਾ ਕਰਕੇ ਕਿਤੇ ਨਾ ਕਿਤੇ ਨਾਕਿਆਂ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਫੋਰਸ ਘੱਟ ਸੀਗੀ, ਕਿਉਂਕਿ ਜਿਹੜੀ ਪੈਰਾਮਿਲਟਰੀ ਫੋਰਸ ਜਿਹੜੀ ਤੈਨਾਤ ਕੀਤੀ ਗਈ ਸੀ ਉਸ ਦੀ ਤੈਨਾਤੀ ਵੀ ਇੱਕ ਲਿਮਿਟ ਤੱਕ ਕੀਤੀ ਜਾਂਦੀ ਹੈ, ਉਹਨਾਂ ਦੀ ਦੇਰ ਰਾਤ ਤੱਕ ਤੈਨਾਤੀ ਨਹੀਂ ਦੇਖਣ ਨੂੰ ਮਿਲਦੀ ਹੈ। ਤਾਂ ਇਸ ਕਰਕੇ ਵੀ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਉਸ ਨੂੰ ਇੱਕ ਆਸਾਨੀ ਤਰੀਕੇ ਨਾਲ ਉਹ ਸ਼ੇਰਪੁਰ ਚੌਂਕ ਤੱਕ ਪਹੁੰਚ ਗਿਆ ਸੀਗਾ। ਜੀ ਬਿਲਕੁਲ। ਤਾਂ ਕਈ ਸਾਰੇ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਰਹੇ ਨੇ, ਪੁਲਿਸ ਹੋਰ ਵੀ CCTV ਤਲਾਸ਼ ਕਰ ਰਹੀ ਹੈ। ਫਿਲਹਾਲ ਸ਼ੁਕਰੀਆ ਰੋਹਿਤ ਪੂਰੀ ਜਾਣਕਾਰੀ ਦੇ ਲਈ। ਤਾਂ ਪੁਲਿਸ ਅਜੇ ਵੀ ਲੱਗੀ ਹੋਈ ਹੈ, ਕਿਸਨੇ ਮਦਦ ਕੀਤੀ ਹੈ ਅੰਮ੍ਰਿਤਪਾਲ ਦੀ, ਲੁਧਿਆਣਾ ਦੇ ਵਿੱਚ ਕਿੱਥੇ ਉਹ ਗਿਆ, ਇੱਕ ਜਗ੍ਹਾ ਤੇ ਰੁਕ ਕੇ ਖਾਣਾ ਖਾਦਾ, ਇਹ ਵੀ ਖਬਰਾਂ ਮਿਲ ਰਹੀਆਂ ਨੇ। ਤੇ ਪੁਲਿਸ ਪੂਰੇ ਇਲਾਕੇ ਦੇ CCTV ਖੰਗਾਲ ਰਹੀ ਹੈ, ਲੁਧਿਆਣਾ ਤੋਂ ਕਿਵੇਂ ਫਰਾਰ ਹੋਇਆ। ਹਾਲਾਂਕਿ ਉਸ ਤੋਂ ਬਾਅਦ ਹਰਿਆਣਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਹਰਿਆਣਾ 'ਚ ਮਹਿਲਾ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਜਿਸ ਤੋਂ ਪੁੱਛਗਿੱਛ ਲਗਾਤਾਰ ਹੋ ਰਹੀ ਹੈ। ਤੇ ਹੁਣ ਸ਼ੱਕ ਇਹ ਜਤਾਇਆ ਜਾ ਰਿਹਾ ਕਿ ਉੱਤਰਾਖੰਡ ਫਰਾਰ ਹੋਇਆ ਹੋ ਸਕਦਾ ਹੈ। ਉੱਤਰਾਖੰਡ ਦੇ ਵੀ ਬਾਰਡਰ ਸੀਲ ਕਰਕੇ ਪੁਲਿਸ ਛਾਪੇਮਾਰੀ ਕਰ ਰਹੀ ਹੈ। ਸਵਾਲ ਅਜੇ ਵੀ ਉੱਥੇ ਹੀ ਹੈ, 7ਵਾਂ ਦਿਨ ਹੈ, ਤਲਾਸ਼ ਜਾਰੀ ਹੈ, ਲੇਕਿਨ ਅੰਮ੍ਰਿਤਪਾਲ ਦਾ ਕੋਈ ਪਤਾ ਨਹੀਂ ਕਿ ਅੰਮ੍ਰਿਤਪਾਲ ਕਿੱਥੇ ਹੈ। ਤਾਂ 3 CCTV ਤਸਵੀਰਾਂ ਸਕਰੀਨ ਤੇ ਵਿਖਾ ਰਹੇ ਹਾਂ।
ਖੱਬੇ ਪਾਸੇ ਉਹ ਸੀਸੀਟੀਵੀ ਤਸਵੀਰ ਹੈ ਜੋ ਲੁਧਿਆਣਾ ਦੀ ਹੈ। ਲੁਧਿਆਣਾ ਦੇ ਸ਼ੇਰਪੁਰ ਚੌਕ ਜਿੱਥੋਂ ਬੱਸ ਫੜੀ ਗਈ ਹੈ, ਪ੍ਰਾਈਵੇਟ ਬੱਸ ਦੱਸੀ ਜਾ ਰਹੀ ਹੈ ਕਿ ਪ੍ਰਾਈਵੇਟ ਬੱਸ ਤੇ ਚੜ੍ਹ ਕੇ 18 ਮਾਰਚ ਦੇਰ ਰਾਤ ਹਰਿਆਣਾ ਪਹੁੰਚਿਆ ਹੈ। ਹਰਿਆਣਾ ਦੇ ਸ਼ਾਹਬਾਦ ਵਿੱਚ ਰੁਕਿਆ, ਜਿੱਥੋਂ ਦੀਆਂ ਸੀਸੀਟੀਵੀ ਤਸਵੀਰਾਂ ਦਿਖਾ ਰਹੇ ਹਾਂ। ਛਤਰੀ ਲੈ ਕੇ ਸ਼ਖਸ ਜੋ ਚੱਲ ਰਿਹਾ ਹੈ, ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਹੈ ਤੇ ਅੰਮ੍ਰਿਤਪਾਲ ਦੇ ਨਾਲ ਪਪਲਪ੍ਰੀਤ ਵੀ ਸ਼ਾਹਬਾਦ ਦੇ ਵਿੱਚ ਬਲਜੀਤ ਕੌਰ ਦੇ ਘਰ ਰੁਕਿਆ। ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ। ਫਿਰ 20 ਮਾਰਚ ਦੀ ਤਸਵੀਰ ਸਾਹਮਣੇ ਆਈ ਹੈ ਕੁਰੂਕਸ਼ੇਤਰ ਦੀ। ਕੁਰੂਕਸ਼ੇਤਰ ਦੇ ਬੱਸ ਅੱਡੇ ਦੀ ਤਸਵੀਰ ਹੈ। ਉਸੇ ਤਰੀਕੇ ਦੇ ਨਾਲ ਛਤਰੀ ਲੈ ਕੇ ਉਸੇ ਹੀ ਹੁਲੀਏ ਦੇ ਵਿੱਚ ਸ਼ਖਸ ਨਜ਼ਰ ਆ ਰਿਹਾ। ਉਸ ਦੇ ਨਾਲ ਇੱਕ ਹੋਰ ਸ਼ਖਸ ਹੈ ਜੋ ਦੱਸਿਆ ਜਾ ਰਿਹਾ ਕਿ ਅੰਮ੍ਰਿਤਪਾਲ ਤੇ ਪਪਲਪ੍ਰੀਤ ਹੀ ਨੇ। 20 ਮਾਰਚ ਦੀ ਕੁਰੂਕਸ਼ੇਤਰ ਬੱਸ ਅੱਡੇ ਦੀ ਤਸਵੀਰ ਹੈ। ਉੱਥੋਂ ਇਹ ਕਿੱਥੇ ਗਏ, ਇਹਨਾਂ ਦੇ ਵੱਲੋਂ ਬੱਸ ਫੜੀ ਗਈ, ਯੂਪੀ ਗਏ, ਉੱਤਰਾਖੰਡ ਗਏ ਜਾਂ ਕਿੱਥੇ ਗਏ, ਇਹ ਅਜੇ ਸਾਹਮਣੇ ਆਉਣਾ ਬਾਕੀ ਹੈ। ਲੇਕਿਨ ਪੰਜਾਬ ਤੋਂ ਹਰਿਆਣਾ ਕਿਵੇਂ ਪਹੁੰਚਿਆ, ਇਹ ਹੁਣ ਇਹ ਸੀਸੀਟੀਵੀ ਤਸਵੀਰਾਂ ਸਪਸ਼ਟ ਕਰ ਰਹੀਆਂ ਨੇ। 18 ਮਾਰਚ ਦੇਰ ਰਾਤ ਦੀਆਂ ਸੀਸੀਟੀਵੀ ਤਸਵੀਰਾਂ ਨੇ ਲੁਧਿਆਣਾ ਦੇ ਸ਼ੇਰਪੁਰ ਚੌਕ ਦੀਆਂ, ਜਿੱਥੋਂ ਇਹਨਾਂ ਦੇ ਵੱਲੋਂ ਬੱਸ ਫੜੀ ਗਈ ਹੈ। ਬੱਸ ਫੜ ਕੇ ਇਹ ਬਾਰਡਰ ਕ੍ਰਾਸ ਕਰਕੇ ਹਰਿਆਣਾ ਦੇ ਵਿੱਚ ਪਹੁੰਚੇ ਨੇ, ਦੂਸਰੇ ਸੂਬੇ ਦੇ ਵਿੱਚ ਪਹੁੰਚ ਗਏ। ਸਵਾਲ ਬਹੁਤ ਸਾਰੇ ਨੇ ਕਿ ਪੁਲਿਸ ਦੀ ਮੁਸ਼ਤੈਦੀ ਆਖਰ ਕਿਹੋ ਜਿਹੀ ਸੀ ਕਿ ਇਸ ਤਰੀਕੇ ਦੇ ਨਾਲ ਫਰਾਰ ਹੋ ਗਏ, ਦੂਸਰੇ ਸੂਬੇ 'ਚ ਪਹੁੰਚਣ 'ਚ ਕਾਮਯਾਬ ਹੋ ਗਏ। ਤਾਂ ਇਹ ਤਸਵੀਰਾਂ ਨੇ, 3 ਸੀਸੀਟੀਵੀ ਤਸਵੀਰਾਂ ਪੰਜਾਬ ਤੋਂ ਹਰਿਆਣਾ। ਲੇਕਿਨ ਹਰਿਆਣਾ ਤੋਂ ਅੱਗੇ ਕਿੱਥੇ ਗਿਆ ਅੰਮ੍ਰਿਤਪਾਲ, ਇਹ ਅਜੇ ਵੀ ਸਵਾਲ ਬਣਿਆ ਹੋਇਆ ਹੈ। ਤਾਂ ਪੰਜਾਬ ਤੋਂ ਫਰਾਰ ਹੋ ਗਿਆ ਅੰਮ੍ਰਿਤਪਾਲ। ਵੱਖੋ ਵੱਖਰੀਆਂ ਸੀਸੀਟੀਵੀ ਤਸਵੀਰਾਂ 18 ਮਾਰਚ ਦੀਆਂ ਸਾਹਮਣੇ ਆਈਆਂ, ਜਿਸ ਦਿਨ ਪੁਲਿਸ ਤਲਾਸ਼ ਕਰ ਰਹੀ ਸੀ ਅੰਮ੍ਰਿਤਪਾਲ ਦੀ। ਇਹ ਪੂਰਾ ਆਪਰੇਸ਼ਨ ਚਲਾਇਆ ਗਿਆ। ਦੂਸਰੀ ਤਸਵੀਰ ਹਰਿਆਣਾ ਦੀ ਹੈ। ਸ਼ਾਹਬਾਦ ਦੇ ਵਿੱਚ ਅੰਮ੍ਰਿਤਪਾਲ ਰੁਕਿਆ, ਮਹਿਲਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਹੋ ਰਹੀ ਹੈ, ਜਿਸ ਦੇ ਘਰ ਦੇ ਵਿੱਚ ਅੰਮ੍ਰਿਤਪਾਲ ਰੁਕਿਆ ਸੀ। ਤੀਸਰੀ ਤਸਵੀਰ ਕੁਰੂਕਸ਼ੇਤਰ ਦੇ ਬੱਸ ਅੱਡੇ ਦੀ ਹੈ। ਲੇਕਿਨ ਹੁਣ ਇੱਥੋਂ ਕਿੱਥੇ ਗਿਆ, ਇਹ ਸਵਾਲ ਬਣਿਆ ਹੋਇਆ। ਤਲਾਸ਼ ਅਜੇ ਵੀ ਜਾਰੀ ਹੈ। ਤਾਂ ਵੱਖ-ਵੱਖ ਸੂਬਿਆਂ ਦੀ ਪੁਲਿਸ ਨੂੰ ਅਲਰਟ ਕੀਤਾ ਗਿਆ ਹੈ। ਪੰਜਾਬ ਤੋਂ ਇਲਾਵਾ ਕਈ ਸਾਰੇ ਸੂਬਿਆਂ ਦੀ ਪੁਲਿਸ ਅਲਰਟ ਤੇ ਹੈ। ਚੌਕਸੀ ਵਧਾਈ ਗਈ ਹੈ। ਤਲਾਸ਼ ਕੀਤੀ ਜਾ ਰਹੀ ਹੈ ਕਿ ਅੰਮ੍ਰਿਤਪਾਲ ਕਿਸੇ ਹੋਰ ਸੂਬੇ ਦੇ ਵਿੱਚ ਤਾਂ ਨਹੀਂ। ਤਲਾਸ਼ ਵੱਖੋ ਵੱਖਰੀਆਂ ਜਗ੍ਹਾਵਾਂ ਤੇ ਉਸ ਨੂੰ ਕੀਤਾ ਜਾ ਰਿਹਾ ਹੈ।